हम अवगुण परे एक गुण नाही। अमृत छाड़ बिखै बिख खाही। माया मोह परम पै भूले। सुत दारा स्यों प्रीत लगाई। एक उत्तम पंथ सुनियो गुर संगत। तिहि मिलंत जम त्रास मिटाई। एक अरदास पाठ कीरत की। गुर रामदास राखो सरनाई। एक अरदास पाठ कीरत की। गुर रामदास राखो सरनाई। जुगो जुग अटल। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਹਜ਼ੂਰੀ ਅੰਦਰ ਸ਼ਹੀਦ ਸਰਦਾਰ ਊਧਮ ਸਿੰਘ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਗੁਰੂ ਚਰਨਾਂ ਦੇ ਵਿੱਚ ਸੱਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਉਸ ਮਹਾਨ ਸੂਰਬੀਰ ਯੋਧੇ ਮਹਾਬਲੀ ਦੀ ਕੁਰਬਾਨੀ ਨੂੰ ਕੋਟਾਨ ਕੋਟ ਪ੍ਰਣਾਮ ਕਰੀਏ, ਜਿਨ੍ਹਾਂ ਯੋਧਿਆਂ ਦੀ ਕੁਰਬਾਨੀ ਦੀ ਜਿਹੜੀਆਂ ਉਦਾਹਰਨਾਂ ਤੇ ਜਿਹੜੀਆਂ ਬਾਤਾਂ ਉਹ ਸਾਡੇ ਦੁਸ਼ਮਣ ਵੀ ਪਾਉਂਦੇ ਹਨ। ਅਹਿਮਦ ਸ਼ਾਹ ਅਬਦਾਲੀ ਨੇ ਇੱਕ ਵਾਰ ਪੁੱਛਿਆ ਸੀ ਕਿ ਇਹ ਕੌਣ ਧਾੜਵੀ ਹਨ, ਕੌਣ ਲੁਟੇਰੇ ਹਨ, ਜਿਨ੍ਹਾਂ ਨੇ ਪਹਿਲਾਂ ਮੇਰੇ ਦਾਦੇ ਨੂੰ ਲੁੱਟਿਆ ਤੇ ਹੁਣ ਮੇਰਾ ਰਾਹ ਰੋਕਿਆ ਨਹੀਂ, ਤੇ ਇਹ ਇਸ ਦੇਸ਼ 'ਚੋਂ ਤੇ ਅਸੀਂ ਬੇਸ਼ੁਮਾਰ ਦੌਲਤ ਲੁੱਟੀ, ਇਹ ਅੱਖ ਚੁੱਕਣ ਦੀ ਵੀ ਜ਼ੁਰਤ ਨਹੀਂ ਕਰਿਆ ਕਰਦੇ ਸਨ। ਲਾਹੌਰ ਵਿੱਚ ਉਹਨੂੰ ਦੱਸਿਆ ਜ਼ਕਰੀਆ ਖਾਨ ਨੇ, ਇਹਨਾਂ ਦਾ ਮੁਰਸ਼ਿਦ ਗੁਰੂ ਗੋਬਿੰਦ ਸਿੰਘ ਹੈ, ਇਹ ਸਿੱਖ ਕੌਮ ਹੈ। ਕਹਿੰਦਾ ਸਿੱਖ ਕੌਮ ਕੌਣ ਸੀ ਕੌਮ ਪੈਦਾ ਹੋ ਗਈ, ਇਹ ਰਹਿੰਦੇ ਕਿੱਥੇ ਆ, ਇਹਨਾਂ ਦੇ ਘਰ ਘਾਟ ਢਾ ਦਿਆਂਗਾ, ਨਾਮੋ ਨਿਸ਼ਾਨ ਮਿਟਾ ਦਿਆਂਗਾ, ਹਮ ਅਬ ਆਪਣੇ ਦੇਸ਼ ਕਾਬਲ ਨਹੀਂ ਜਾਏਂਗੇ। ਤੇ ਜਦੋਂ ਪੁੱਛਿਆ ਕਹਿੰਦੇ ਤੇ ਰਹਿੰਦੇ ਹੀ ਜੰਗਲਾਂ 'ਚ, ਤੂੰ ਕੀ ਕਰੇਂਗਾ? ਕਹਿੰਦਾ ਫਿਰ ਇਸ ਕੌਮ ਦੀ ਕੋਈ ਕਮਜ਼ੋਰੀ? ਮੌਲਵੀ ਸਾਹਿਬ ਕਹਿੰਦਾ ਇਸ ਕੌਮ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ, ਇਹ ਕਦੇ ਵੀ ਆਪਣੇ ਦੁਸ਼ਮਣ ਨੂੰ ਨਹੀਂ ਬਖਸ਼ਦੇ ਤੇ ਕਦੇ ਆਪਣੇ ਮੁਰਸ਼ਿਦ ਦੀ ਇਹ ਨਰਾਦਰੀ ਬਰਦਾਸ਼ਤ ਨਹੀਂ ਕਰਦੇ। ਇਹਨਾਂ ਦਾ ਇੱਕ ਆਬੇ ਹਿਆਬ ਤਾਲ ਗੁਰੂ ਚੱਕ ਵਿੱਚ ਹੈ ਅੰਮ੍ਰਿਤਸਰ, ਉਸ ਸਰੋਵਰ ਦੇ ਵਿੱਚੋਂ ਨਹਾ ਕੇ ਵੱਡੇ ਤੋਂ ਵੱਡਾ ਰੋਗੀ ਵੀ ਠੀਕ ਹੋ ਜਾਂਦਾ, ਉੱਥੋਂ ਇਹਨਾਂ ਨੂੰ ਸ਼ਕਤੀ ਮਿਲਦੀ ਆ। ਉਸ ਅੰਮ੍ਰਿਤ ਸਰੋਵਰ ਨੂੰ ਪੂਰ ਦਿਓ, ਹਰਿਮੰਦਰ ਨੂੰ ਢਾਹ ਦਿਓ, ਇਹ ਬਚਾਉਣ ਵਾਸਤੇ ਜ਼ਰੂਰ ਆਉਣਗੇ, ਉੱਥੇ ਘੇਰ ਕੇ ਇਹਨਾਂ ਨੂੰ ਮਾਰ ਦਿਓ। ਹੁਣ ਜਿਹੜੀ ਗੱਲ ਉਸ ਸਮੇਂ ਅਬਦਾਲੀ ਨੂੰ ਦੱਸੀ ਗਈ ਕਿ ਇਹ ਆਪਣੇ ਮੁਰਸ਼ਿਦ ਦੀ ਨਰਾਦਰੀ ਬਰਦਾਸ਼ਤ ਨਹੀਂ ਕਰਦੇ, ਉਸੇ ਦੀ ਅਗਵਾਈ ਭਰਦੀ ਹੈ ਅੱਜ ਸੂਰਬੀਰ ਯੋਧੇ ਦੀ ਸ਼ਹੀਦੀ। ਅੱਜ ਸਰਦਾਰ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਕਿ ਵਾਕਿਆ ਹੀ ਆਪਣੇ ਮੁਰਸ਼ਿਦ ਦੀ ਇਹ ਗੁਰੂ ਨਾਨਕ ਸਾਹਿਬ ਦਾ ਇਹ ਪਰਿਵਾਰ ਇਹ ਕਦੇ ਨਰਾਦਰੀ ਬਰਦਾਸ਼ਤ ਨਹੀਂ ਕਰਦੇ। ਕਿਵੇਂ ਉਸ ਯੋਧੇ ਨੇ ਲੰਡਨ ਜਾ ਕੇ ਅਡਵੈਰ ਨੂੰ ਮਾਰਿਆ, ਤੇ ਪਹਿਲਾਂ ਮੈਂ ਉਸ ਸੂਰਬੀਰ ਯੋਧੇ ਦਾ ਜੀਵਨ ਆਪ ਦੇ ਨਾਲ ਸਾਂਝਾ ਕਰਨਾ ਚਾਹਾਂਗਾ ਕਿ ਕਿੰਨੀਆਂ ਮੁਸ਼ਕਲਾਂ ਦੇ ਵਿੱਚ ਉਹ ਯੋਧਾ ਪਲਿਆ ਤੇ ਫਿਰ ਵੀ ਏਡੀ ਵੱਡੀ ਕੁਰਬਾਨੀ ਕਰ ਗਿਆ। ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ, ਰਸਨਾ ਪੁੱਤਰ ਕਰੀਏ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸੇ ਇਲਾਕੇ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਜਿੱਥੇ ਸਰਦਾਰ ਊਧਮ ਸਿੰਘ ਜੀ ਦਾ ਜਨਮ ਹੋਇਆ ਹੈ। 26 ਦਸੰਬਰ 1899 ਨੂੰ ਸੰਗਰੂਰ ਜ਼ਿਲ੍ਹੇ ਦੇ ਵਿੱਚ ਬਾਪੂ ਟਹਿਲ ਸਿੰਘ ਜੀ ਦੇ ਘਰ ਇਹਨਾਂ ਦਾ ਜਨਮ ਹੋਇਆ। ਇਹਨਾਂ ਦੇ ਪਿਤਾ ਰੇਲਵੇ ਦੇ ਵਿੱਚ ਜਿਹਨੂੰ ਵਾਚਮੈਨ ਕਹਿੰਦੇ ਉਹਦੀ ਡਿਊਟੀ ਕਰਿਆ ਕਰਦੇ ਸੀ, ਜਿਹੜਾ ਹੁੰਦੇ ਨਾ ਉੱਤੇ ਆਪਣਾ ਬੈਰੀਅਰ ਦੇ ਉੱਤੇ
ਵਾਚਮੈਨ ਦੀ ਡਿਊਟੀ ਕਰਿਆ ਕਰਦੇ ਸਨ। ਤੇ ਜਦੋਂ ਇਸ ਬੱਚੇ ਦਾ ਜਨਮ ਹੋਇਆ, ਇਹਦਾ ਨਾਮ ਬਾਪੂ ਨੇ ਰੱਖਿਆ ਸ਼ੇਰ ਸਿੰਘ। ਸਰਦਾਰ ਊਧਮ ਸਿੰਘ ਦਾ ਬਚਪਨ ਦਾ ਨਾਮ ਸੀ ਸ਼ੇਰ ਸਿੰਘ। ਇਤਿਹਾਸ ਕੌਮਾਂ ਦਾ ਸਰਮਾਇਆ ਹੋਇਆ ਕਰਦੇ ਹਨ। ਇਤਿਹਾਸ ਵਿਚਾਰਨੇ ਬੜੇ ਜ਼ਰੂਰੀ ਹਨ। ਜੇ ਅੱਜ ਅਸੀਂ ਸਰਦਾਰ ਊਧਮ ਸਿੰਘ ਦਾ ਇਤਿਹਾਸ ਨਹੀਂ ਵਿਚਾਰਾਂਗੇ ਤੇ ਕਦੋਂ ਵਿਚਾਰ ਕਰਾਂਗੇ? ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਸ਼ੇਰ ਸਿੰਘ ਦਾ ਜਨਮ ਹੋਇਆ। ਇਹ ਦੋ ਭਰਾ ਹਨ। ਇੱਕ ਦਾ ਨਾਮ ਹੈ ਸ਼ੇਰ ਸਿੰਘ ਤੇ ਦੂਸਰੇ ਦਾ ਨਾਮ ਜਿਹੜਾ ਬਾਅਦ ਵਿੱਚ ਬਦਲ ਕੇ ਸਾਧੂ ਸਿੰਘ ਰੱਖਿਆ ਗਿਆ। ਪਹਿਲਾਂ ਇਹ ਦੋਨਾਂ ਭਰਾਵਾਂ ਦੇ ਜਨਮ ਤੋਂ ਬਾਅਦ ਹੀ ਕੁਝ ਸਮੇਂ ਬਾਅਦ ਇਹਨਾਂ ਦੀ ਮਾਂ ਜਿਹੜੀ ਸੀ ਉਹ ਅਕਾਲ ਚਲਾਣਾ ਕਰ ਗਈ। 1899 ਵਿੱਚ ਜਨਮ ਹੁੰਦਾ ਭਾਈ ਸਾਹਿਬ ਦਾ, ਤੇ ਜਦੋਂ ਭਾਈ ਸਾਹਿਬ 12 ਸਾਲ ਦੇ ਸੀ ਉਦੋਂ ਮਾਤਾ ਦਾ ਛਾਇਆ ਸਿਰ ਤੋਂ ਉੱਠ ਗਿਆ। ਜਦੋਂ ਭਾਈ ਸਾਹਿਬ 16 ਕੁ ਸਾਲ ਦੇ ਹੋਏ ਉਦੋਂ ਪਿਤਾ ਵੀ ਚੜ੍ਹਾਈ ਕਰ ਗਏ। ਥੋੜ੍ਹਾ ਹੀ ਸਮਾਂ ਬਤੀਤ ਹੋਇਆ, ਸਮਾਜ ਵਾਲਿਆਂ ਸੋਚਿਆ ਇਹਨਾਂ ਬੱਚਿਆਂ ਨੂੰ ਕਿੱਥੇ ਰੱਖਿਆ ਜਾਵੇ। ਇੱਕੋ ਇੱਕ ਸਹਾਰਾ ਹੁੰਦਾ ਸੀ ਉਸ ਸਮੇਂ ਅੰਮ੍ਰਿਤਸਰ ਦੇ ਵਿੱਚ ਅਨਾਥ ਆਸ਼ਰਮ। ਇਹਨਾਂ ਦੋਨਾਂ ਬੱਚਿਆਂ ਨੂੰ ਸਮਾਜ ਨੇ ਅਨਾਥ ਆਸ਼ਰਮ ਦੇ ਵਿੱਚ ਭੇਜ ਦਿੱਤਾ। ਅਨਾਥ ਆਸ਼ਰਮ ਦੇ ਵਿੱਚ ਇਹਨਾਂ ਦੋਵਾਂ ਭਰਾਵਾਂ ਦੀ ਪਰਵਰਿਸ਼ ਹੋਈ, ਮੁਕਤਾ ਸਿੰਘ ਤੇ ਸ਼ੇਰ ਸਿੰਘ। ਊਧਮ ਸਿੰਘ ਦਾ ਨਾਮ ਸੀ ਬਚਪਨ ਦਾ ਸ਼ੇਰ ਸਿੰਘ ਤੇ ਦੂਸਰੇ ਭਰਾ ਦਾ ਨਾਮ ਸੀ ਮੁਕਤਾ ਸਿੰਘ। ਇਹ ਮੁਕਤਾ ਸਿੰਘ ਤੇ ਸ਼ੇਰ ਸਿੰਘ ਦਾ ਇਹਨਾਂ ਦੋਵਾਂ ਤੋਂ ਇਲਾਵਾ ਇਸ ਸਮਾਜ ਦੇ ਵਿੱਚ ਹੋਰ ਕੋਈ ਨਹੀਂ ਇਹਨਾਂ ਦੀ ਸਾਰ ਲੈਣ ਵਾਲਾ। ਇਹ ਦੋਨੇ ਬੱਚੇ ਹੀ ਬਚੇ। ਮਾਤਾ ਜੀ ਵੀ ਚੜ੍ਹਾਈ ਕਰ ਗਏ ਤੇ ਪਿਤਾ ਵੀ ਚੜ੍ਹਾਈ ਕਰ ਗਏ। ਇਹ ਅਨਾਥ ਆਸ਼ਰਮ ਪਰਿਵਾਰ ਦਾ ਇੱਕ ਹਿੱਸਾ ਬਣ ਗਏ ਦੋਨੇ। ਅੰਮ੍ਰਿਤਸਰ ਅਨਾਥ ਆਸ਼ਰਮ ਦੇ ਵਿੱਚ ਜਾ ਕੇ ਇਹਨਾਂ ਦੋਨਾਂ ਨੇ ਆਪਣਾ ਨਾਮ ਬਦਲੀ ਕਰ ਲਿਆ। ਸ਼ੇਰ ਸਿੰਘ ਨੇ ਆਪਣਾ ਨਾਮ ਊਧਮ ਸਿੰਘ ਰੱਖ ਲਿਆ ਤੇ ਮੁਕਤਾ ਸਿੰਘ ਜਿਹੜੇ ਸੀ ਉਹ ਸਾਧੂ ਸਿੰਘ ਬਣ ਗਏ। ਇਹ ਦੋਨੇ ਜਿੱਥੇ ਉੱਥੇ ਉਸ ਸਮੇਂ ਧਾਰਮਿਕ ਮਾਹੌਲ ਸੀ ਅਨਾਥ ਆਸ਼ਰਮ ਦਾ, ਉੱਥੇ ਇਹਨਾਂ ਗੁਰਬਾਣੀ ਦੀ ਸੰਥਿਆ ਲਈ, ਸਿੱਖ ਇਤਿਹਾਸ ਪੜ੍ਹਿਆ ਤੇ ਕਾਫੀ ਇਹਨਾਂ ਦੀ ਗੁਰੂ ਸਾਹਿਬ ਦੇ ਨਾਲ ਨੇੜਤਾ ਹੋ ਗਈ। ਜਦੋਂ ਵੀ ਕਿਧਰੇ ਕੋਈ ਵੀ ਪ੍ਰੋਗਰਾਮ ਹੋਣਾ ਤੇ ਊਧਮ ਸਿੰਘ ਜਲ ਦੀ ਸੇਵਾ ਕਰਕੇ ਬੜੇ ਮਸ਼ਹੂਰ ਸਨ। ਜ਼ਿਆਦਾਤਰ ਇਹ ਜਲ ਛਕਾਉਣ ਦੀ ਸੇਵਾ ਕਰਿਆ ਕਰਦੇ ਸਨ, ਕਿਉਂਕਿ ਅਨਾਥ ਆਸ਼ਰਮਾਂ ਦੇ ਵਿੱਚ ਸਭ ਤੋਂ ਪਹਿਲਾਂ ਸਬਕੀ ਸੇਵਾ ਸਿਖਾਈ ਜਾਂਦੀ ਹੈ। ਇਹ ਦੋਨਾਂ ਦੀ ਪਰਵਰਿਸ਼ ਹੋ ਰਹੀ ਹੈ। ਊਧਮ ਸਿੰਘ ਜਿਹੜੇ ਸੀ ਇਹ ਪੜ੍ਹਦਿਆਂ ਹੀ ਇੱਕ ਚੰਗੇ ਉੱਚ ਕੋਟੀ ਦੇ ਇੰਜੀਨੀਅਰ ਵੀ ਬਣ ਚੁੱਕੇ ਸਨ, ਕਿਉਂਕਿ ਅਨਾਥ ਆਸ਼ਰਮ ਦੇ ਵਿੱਚ ਇਹਨਾਂ ਨੂੰ ਉੱਥੇ ਹੋਰ ਵੀ ਕਾਰੋਬਾਰ ਸਿਖਾਏ ਜਾਂਦੇ ਸੀ ਜਿਹੜੇ ਅਗਾਂਹ ਜਾ ਕੇ ਕਾਮਯਾਬ ਹੋ ਸਕਣ। ਇਸੇ ਕਰਕੇ ਹੀ ਇਹਨਾਂ ਨੇ ਇੱਥੋਂ ਸਿਖਲਾਈ ਹਾਸਲ ਕਰਨ ਕਰਕੇ ਊਧਮ ਸਿੰਘ ਨੇ ਇੱਕ ਫੋਰਡ ਕੰਪਨੀ ਦੇ ਵਿੱਚ USA ਜਾ ਕੇ ਵੀ ਇੰਜੀਨੀਅਰ ਦੀ ਡਿਊਟੀ ਕੀਤੀ। ਕਾਫੀ ਸਮੇਂ ਤੱਕ ਉੱਥੇ ਵੀ ਰਹੇ। ਪਰ ਜਿਹੜਾ ਇਹਨਾਂ ਦਾ ਬਚਪਨ ਦਾ ਸਮਾਂ ਬਤੀਤ ਹੋਇਆ ਨਾ, ਇੱਥੇ 1917 ਦੇ ਵਿੱਚ ਮੁਕਤਾ ਸਿੰਘ ਦੀ ਵੀ ਮੌਤ ਹੋ ਜਾਂਦੀ ਇਹਨਾਂ ਦੇ ਭਰਾ ਦੀ। ਮੈਂ ਦੇਖਦਾ ਸਰਦਾਰ ਊਧਮ ਸਿੰਘ ਦਾ ਜੀਵਨ ਕਿੰਨਾ ਦੁੱਖਾਂ ਦੇ ਨਾਲ ਭਰਿਆ ਹੋਇਆ ਜੀਵਨ ਸੀ। ਪਹਿਲਾਂ ਮਾਤਾ ਜੀ ਚੜ੍ਹਾਈ ਕਰ ਗਏ, ਫਿਰ ਪਿਤਾ ਜੀ ਚੜ੍ਹਾਈ ਕਰ ਗਏ। ਜੇ ਊਧਮ ਸਿੰਘ ਜੀ ਚੰਗੇ ਇੰਜੀਨੀਅਰ ਬਣ ਗਏ ਤੇ ਅੱਜ ਭਰਾ ਦਾ ਛਾਇਆ ਵੀ ਉੱਠ ਗਿਆ। ਸਰਦਾਰ ਮੁਕਤਾ ਸਿੰਘ ਦੀ ਵੀ ਮੌਤ ਹੋ ਗਈ। ਹੁਣ ਸਿਰਫ ਊਧਮ ਸਿੰਘ ਇਕੱਲਾ ਹੀ ਰਹਿ ਗਿਆ ਸੀ, ਜਿਹਦਾ ਕੋਈ ਦੁੱਖ ਤੇ ਸੁੱਖ ਦੇ ਵਿੱਚ ਭਾਈਵਾਲ ਹਿੱਸੇਦਾਰ ਬਣਨ ਵਾਲਾ, ਕੋਈ ਸਾਰ ਲੈਣ ਵਾਲਾ ਹੈ ਨਹੀਂ ਸੀ। ਪੂਰੀ ਦੁਨੀਆ ਦੇ ਵਿੱਚ ਉਹ ਆਪਣੇ ਆਪ ਨੂੰ ਇਕੱਲਿਆਂ ਮਹਿਸੂਸ ਕਰ ਰਿਹਾ ਸੀ। 1917 ਦੇ ਵਿੱਚ ਭਰਾ ਦੀ ਮੌਤ ਹੋ ਗਈ। ਊਧਮ ਸਿੰਘ ਉਸ ਸਮੇਂ 18 ਸਾਲ ਦੀ ਉਮਰ ਦੇ ਸਨ। 1918 ਦੇ ਵਿੱਚ ਉਸ ਤੋਂ ਬਾਅਦ ਊਧਮ ਸਿੰਘ ਨੇ ਫਿਰ 10ਵੀਂ ਕਲਾਸ ਪਾਸ ਕੀਤੀ। 1918 'ਚ 10ਵੀਂ ਪਾਸ ਕੀਤੀ ਤੇ ਇੱਕ ਅੰਗਰੇਜ਼ਾਂ ਨੇ ਐਕਟ ਲਿਆਂਦਾ ਸੀ ਉਸ ਸਮੇਂ, ਰੌਲਟ ਐਕਟ। ਰੌਲਟ ਐਕਟ ਤੇ ਰੈਗੂਲੇਟਿੰਗ ਐਕਟ ਦਾ ਬੜਾ ਬੋਲਬਾਲਾ ਸੀ। ਰੌਲਟ ਐਕਟ ਦਾ ਮਤਲਬ ਇਹ ਸੀ, ਅਸੀਂ ਕਈ ਵਾਰੀ ਸਵਾਲ ਕਰਦੇ ਨਾ, ਜਲਿਆਂਵਾਲੇ ਬਾਗ ਦੀ ਘਟਨਾ ਕਦੋਂ ਹੋਈ? ਇੱਕ ਬੱਚਾ ਵੀ ਦੱਸ ਦਿੰਦਾ, 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ।
पर असल दे विच बच्चियां नूं सवाल ये सिखाउणा चाहीदा कि जलियांवाले बाग की घटना क्यों हुई, कदों होई, ना की फर्क पऊगा दस्सण दे नाल। जलियांवाले बाग की घटना क्यों हुई, उहदा कारण की सी। उस समय दो इनकलाबी योधे सन, डॉक्टर सतपाल ते डॉक्टर किचलू। इन्हां दोनों नूं रॉलेट एक्ट के अधीन गिरफ्तार कर लिया गया। रॉलेट एक्ट इस करके लिआंदा गया सी जिहड़े हिंदुस्तानी इनकलाबी सन, जिहड़े अंग्रेज़ां दे जुल्म के विरुद्ध आवाज़ उठाउंदे सन, उन्हां दी आवाज़ नूं दबाउण वास्ते उस समय रॉलेट एक्ट लिआंदा गया सी। कई तरह के एक्ट लिआंदे गए, साइमन कमीशन भी लिआंदा गया, जिथे साइमन कमीशन का विरोध करते हुए लाला लाजपत राय ने शहीदियाँ पाईयां, लाठियां की मार पई, वो ना सहारते हुए अपने प्राणों की आहुति दे गए। उन्हों दे तो प्रेरणा लैके गां शहीद उधम सिंह ते शहीद भगत सिंह क्रांतिकारी बने लाला लाजपत राय की मौत तो बाद। फिर ये काफ़ी सरगर्म रहे। उस समय ये एक्ट ऐसा सी कि किसी भी बंदे नूं बिना किसी कारण तो पकड़ के जेल विच जिन्ने मर्जी लंबे समय तक बंद कर दो, सिर्फ इको ही शब्द कहना कि ये ते रॉलेट एक्ट लग गया। जिस ते रॉलेट एक्ट लग गया उहदे खिलाफ कोई वकील, कोई दलील, कोई अपील लागू नहीं सी। कोई वकील नहीं सी कर सकता, कोई अपील नहीं सी कर सकता, कोई फरियाद नहीं सी कर सकता, क्योंकि उहदे ते रॉलेट एक्ट लग चुकिया हुंदा सी। रॉलेट एक्ट इउं मान लो कि एक तानाशाह एक्ट सी कि ये हिंदुस्तानियां नूं दबाउण वास्ते। डॉक्टर सतपाल, डॉक्टर किचलू नूं जदों गिरफ्तार कर लिया गया तो इहदा कोई हल लभण वास्ते उस समय क्रांतिकारियों ने अमृतसर दे विच एक इकट्ठ किया। उस समय ज़्यादातर इकट्ठ गुरु की नगरी होया करते सी, क्योंकि संगत बड़ी आसानी नाल जुड़ती है। सरबत खालसा बुलाना तो कहना अकाल तख्त साहब ते बुला लो, कुछ राजनीतिक मीटिंग करनी होनी तां भी अमृतसर दे विच इकट्ठ हो जाना। जलियांवाला बाग एक बड़ी खुली जी जगह सी, अंदरों जगह काफ़ी खुली सी पर बाहरों सारे पासियां तो बंद सी। इक्को ही रस्ता इन होने वाला सी ते ओही आउट होने वाला सी। जलियांवाले बाग दे विच एक कॉन्फ्रेंस हुई, एक मीटिंग हुई 13 अप्रैल 1919 नूं विसाखी वाले दिन, जिथे अंग्रेज़ां दे काले कानूनां दा कुछ हिसाब किताब लभ्या जाना सी। इन्हां चीज़ां चों कईयां चीज़ां ने जन्म लिया। जदों असीं काली पग बन लैने ना ते चिट्टा चोला पा लैने आ ते वेखण वाला कहंदा ये अकाली आ, वेखण वाला बंदा कहंदा ये बंदा धर्मी पुरुष है। पर काली पग का एक इतिहास है। काली पग क्यों बन्नी गई सी? काली पग साडे इस जीवन का हिस्सा उदों बनी कि जिस समय गुरुद्वारा सुधार लहर चली ना, जदों महंत नरैणू वर्गियां ने गुरुद्वारियां ते अत्याचार किया, उत्थे गई संगत का कतलेआम किया, उन्हां दी इज्जत आबरू लुटी ते गुरुद्वारा साहब आज़ाद कराउण वास्ते अंग्रेज़ां दे काले कानूनां दा विरोध करन वास्ते पहलां कालियां झंडियां लैके रोडां ते निकले। जदों फिर भी हुकूमत के कन्नां तक आवाज़ ना पहुँची, उदों एक आवाज़ दिती गई कि हर जगह काला ही काला दिखा दो अंग्रेज़ां नूं कि तुहाडा सारा कुछ ही काला है तुहाडे कानूनां दे विच। ते उस समय बीबियां ने कालियां चुन्नियां ते ਸਿੰਘਾਂ ने कालियां दस्तारां सिरां ते सजा के ये विरोध किया सी कालियां कानूनां दा। ते उस समय तो ये साडा एक धार्मिक चिन्ह बन गई काली दस्तार। भावर्थ इहदा ये हुंदा काली पग बन्नण वाले दा कि मैं कुछ भी काला देख के चुप नहीं रवांगा, मैं बर्दाश्त नहीं करांगा, मैं हर कुर्बानी करने वास्ते तैयार रवांगा। ये चिट्टा चोला इस चीज़ का प्रतीक है कि इस तरह की चिट्टे दुध वर्गी सच्चाई दे नाल चलांगा ते कालियां कानूनां दा मैं विरोध करांगा।
उस समय तो इस कालियां दस्तारां दा काले रंग दा मान लो कि साडे धर्म दे विच एक जन्म हुंदा है। अज इत्थे जदों इस कानून दा विरोध कीता जा रहा सी, बिना किसी वार्निंग दिते, बिना किसी आदेश दिते, जनरल डायर ने अपनी फोर्स अंदर लियांदी ते चारे पासियां तो घेरा पा के अंधाधुंध इत्थे गोलियां चला के ਲੱਖਾਂ ਲੋਕਾਂ ਨੂੰ ਸ਼ਹੀਦ ਕਰ ਦਿੱਤਾ। ਕਈਆਂ ਨੇ ਇੱਥੇ ਇੱਕ ਖੂਹ ਹੈ, ਉਸ ਖੂਹ ਦੇ ਵਿੱਚ ਛਾਲਾਂ ਮਾਰ ਦਿੱਤੀਆਂ ਤੇ ਆਪਣੇ ਪ੍ਰਾਣ ਦੇ ਦਿੱਤੇ। ਇੱਕੋ ਹੀ ਦਰਵਾਜ਼ਾ ਸੀ ਬਾਹਰ ਆਉਣ ਵਾਲਾ ਤੇ ਉਧਰੋਂ ਗੋਲੀਆਂ ਦੀ ਬਰਸਾਤ ਆ ਰਹੀ ਸੀ। ਨਿਹੱਥੇ ਲੋਕਾਂ ਦੀਆਂ ਇੱਥੇ ਜਦੋਂ ਸ਼ਹੀਦੀਆਂ ਹੋਈਆਂ ਤੇ ਸ਼ਹੀਦ ਭਗਤ ਸਿੰਘ ਵੀ ਆਏ, ਉਹਨਾਂ ਨੇ ਇੱਥੇ ਦੀ ਮਿੱਟੀ ਨੂੰ ਇੱਕ ਬੋਤਲ ਵਿੱਚ ਭਰ ਕੇ ਆਪਣੇ ਘਰ ਲੈ ਕੇ ਗਏ। शहीद उधम सिंह इत्थे पानी की सेवा कर रहे सी, जल की सेवा कर रहे सी। 18 कुछ साल की उम्र सी, इन्हां क्रांतिकारियों नूं पानी पिआउण की सेवा कर रहे सी, पर किसी गुरु महाराज की कृपा सदका इन्हां को होर सेवा लैनी सी, ये गोली की मार तो बच गए। इन्हां ने इत्थे दी मिट्टी जिहड़ी लहू नाल लिबड़ी सी, उस मिट्टी का अपने मस्तक ते तिलक लाया ते इत्थे इस धरती माता की कसम खाधी कि मैं इन्हां शहीदां दी इन डुले हुए खून का बदला अपना खून डोल के जरूर लवांगा, जो अज दे दिन सरदार उधम सिंह जी ने अपना खून डोल के उन्हां जलियांवाले बाग दे शहीदां दा बदला लिया। 1819 दे विच जलियांवाले बाग दा कांड वरतिया ते इस दिन ही सरदार उधम सिंह ने कसम खा ली सी कि मैं जलियांवाले बाग का बदला लवांगा। 1924 दे विच पहली बार उधम सिंह ने गदर पार्टी जिहड़ी सी उहनूं ज्वाइन कर लिया। 1927 का समा आया, 1927 दे विच साइमन कमीशन आ गया। 1919 च जलियांवाले बाग की घटना वापरी, 1924 दे विच गदर पार्टी ज्वाइन की, 1927 दे विच साइमन कमीशन आया। साइमन कमीशन का विरोध करते हुए लाहौर के अंदर लाला लाजपत राय जी शहादत पा गए ते उन्हां दी शहादत तो बाद फिर सरदार उधम सिंह नूं 4 साल की जेल हुई, क्योंकि सरदार उधम सिंह दे कोल एक पिस्तौल सी और नजायज़ पिस्तौल रखण करके इनू 4 साल की जेल हुई। वो जानते सी कि ये सारे इसे ही इनकलाबी लहर का हिस्सा हैं। फिर अंग्रेज़ बंगाल नू अलग करना चाहते सी, देश के टुकड़े करना चाहते सन। सरदार उधम सिंह ने जेल विचों आउण तो बाद एक दुकान खोली ते इसने उस दुकान दे उत्ते अपना नाम लिखिया सी राम मुहम्मद सिंह आज़ाद। भाव कि इन्हें अंग्रेज तोड़ना चाहते सी कि बंगाली अलग आ, दूसरे अलग आ, पाड़ो ते राज करो दी नीति करना चाहते सन। सरदार उधम सिंह ने एक मैसेज दिता कि भावें मैं सिख सरदार हाँ, पर उन्हें एक ये नाम रख के एक सुनेहा दिता राम मुहम्मद सिंह आज़ाद, कि राम मुहम्मद ते सिंह नूं तुसीं हुण अलग नहीं कर सकते, असीं हुण सारे मिल के, क्योंकि बंगाल दे बड़े क्रांतिकारी होए आ जिन्हां ने इनकलाबी लहर दे विच बड़ा वड्डा योगदान पाया है। बंगाल तो ही क्रांति दी लहर सब तो पहलां उठनी शुरू हुई सी। फिर इस तो बाद समा अपनी रफ्तार चलदा गया। इन्हां सूरबीर योद्धियां ने सुनेहा दिता कि सानू तुहाडा कोई अत्याचार दबा नहीं सकता। फिर शहीद भगत सिंह ने असैंबली दे विच बंब सुट्टे। मैं इत्थे एक गल होर इतिहास की दस देवां, जिहड़े बंब शहीद भगत सिंह ने सुट्टे सी ना, वो सिर्फ आवाज़ ते धुएं वाले सन, नुकसान वाले नहीं सन। फिर बंब सुट के दौड़े नहीं, उत्थे ही खड़े होकर गिरफ्तारी दिती ते हुकूमत नूं एक सुनेहा दिता कि जे असी आवाज़ ते धुएं वाले बंब सुट सकते हैं असैंबली च आके, याद रखियो असी तुहानूं उड़ा भी सकते सां, पर असी तुहाडे कन्नां तक आवाज़ पहुँचाउणी सी कि हिंदुस्तानी हुण जाग चुके हैं,
ਅਸੀਂ ਹੁਣ ਸੁੱਤੇ नहीं, ਅਸੀਂ ਤੁਹਾਡੇ काले कानूनों ਨੂੰ बिल्कुल बर्दाश्त नहीं करांगे। तो इन्हां अंग्रेज़ों ने सोचा भगत सिंह वर्गियां क्रांतिकारियों को दबाउणा बड़ा जरूरी है। तो इन्हां ने फिर मार्च 1931 दे विच शहीद भगत सिंह राजगुरू ते सुखदेव नूं फांसी दे दित्ती गई। फांसी निर्धारित समय तो पहलां दित्ती गई। उहदे विच जिवें कहंदे ना कि गदार ना होवे ते कौम कदे नहीं हारदी। कुछ अपने इनकलाबियां दे विच कुछ ऐसे जिहड़े राजनीतिक आगू सी जिहड़े गदार बन गए। उदों ये गल बड़ी प्रफुल्लित हुई सी कि अगर वो आगू चाहुंदे ते शहीद भगत सिंह दी फांसी नूं रोकिया जा सकदा सी, पर उन्हां नूं ते कुर्सी नज़र आउंदी सी कि हुण देश आज़ाद होने वाला, जे आज़ाद हो गया तो भगत सिंह ते नौजवानों की धड़कन हन, फिर तो देश की कमान भगत सिंह होनी संभालणगे, साडा कित्थे मुल पैना। तो उन्होंने अंग्रेज़ों नाल संधियां कर लईआं, तुसीं थोड़े दिन पहलां शहीद भगत सिंह नूं फांसी दे दिओ, मैं सारा संभाल लवांगा, कुछ नहीं होवेगा। कुछ गदारां कारण ही ये जिहड़ा हीरा सी ये साडे तो खोया गया। नहीं तो शहीद भगत सिंह वर्गा पढ़िया लिखिया अगर देश का लीडर हुंदा, आगू हुंदा ना, तो अज देश का इतिहास कुछ होर होना सी। क्योंकि शहीद भगत सिंह दियां जिहड़ियां जेल चिट्ठियां ते डायरियां किते पढ़ के वेखियो, किड्डा वो कह सकते कि जागरूक हाज़र दिमाग सी। वो जदों कचहरी दे विच जाके बयान दिंदा सी, उहदे सामने किसी जज नूं भी उहदे सवालों का जवाब नहीं सी आउंदा। सो इत्थे शहीद भगत सिंह की फांसी हुई। उस तो बाद सरदार उधम सिंह लंडन चले गए। लंडन जाके तकरीबन 21 साल का समा सरदार उधम सिंह जी ने लंडन दे विच बतीत किया। तो उत्थे एक दिन बड़ी वड्डी एक कॉन्फ्रेंस हो रही सी। जदों उधम सिंह नूं पता लगा कि 13 अप्रैल 1940 नूं इस कॉन्फ्रेंस नूं संबोधन करने वास्ते जनरल डायर ने आउणा है, तो इसने अपनी किताब दे विच किताब नूं विचकारों कट के ना पिस्टल दा सैज ते विचकार पिस्टल रख के ते ये भी उसे कॉन्फ्रेंस दे विच उसे लेक्चर हाल दे विच पहुँच गए। तो उत्थे 6 गोलियां मारियां, 2 गोलियां जनरल डायर दे दिल विच लगियां। तो वो जनरल डायर कोलों इन्हां ने बदला लिया। फिर इन्हां ने अपना ये जिहड़ा वाक़या सी जिन्हों वो जुल्म कहंदे सी, इनू कबूल किया कि मैं अपनी भारत माता वास्ते मैं कसम खाधी सी, उस कसम नूं मैं पगाया है। सो अज दा जिहड़ा दिहाड़ा है शहीद उधम सिंह जी दा शहीदी दिहाड़ा है। इन्हां सूरबीर योद्धियां तो सानू सेध लैनी चाहिदी है। एक दिन जकरिया खान ने कहा सी अब्दाली नूं कि ये जिहड़ी सिख कौम है ये अपने मुरशद की नरादरी बर्दाश्त नहीं करती। मुरशद की तो बड़ी वड्डी गल है, इन्हां अपने देश वासियों का डुला खून भी बर्दाश्त नहीं किया। वो भी लंडन जाके जनरल डायर नूं मार के उसका बदला लिया। सो अज शहीद भगत सिंह जी का शहीदी दिहाड़ा है। पठानकोट प्रणाम है भाई साहब की शहादत दिहाड़े नूं। भाई गुरदास जी दे बोल हन, चरण शरण गुर एक पैंडा, जाए चल सतगुर कोट पैंडा, आगे होए लेत है। आओ 2 पंक्तियां सरवण करिए। सतगुरु जी महाराज किस तरह करोड़ों कदम अगे हो के सिख नूं लैण वास्ते आउंदे हन। चरण शरण गुर एक पैंडा, जाए चल चरण शरण गुर एक पैंडा, जाए चल सतगुर कोट पैंडा, आगे होए लेत है। चरण शरण गुर एक पैंडा, जाए चल चरण शरण गुर एक पैंडा,
ਚੱਲ। ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ। ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ। ਚਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ। ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ। ਚਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ। ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ। ਪਾਵਨੀ ਪਾਏ ਕੋਡੀ ਅਗਰ ਭਾਗ ਰਾਖੈ, ਪਾਵਨੀ ਭਗਤ ਪਾਏ ਕੋਡੀ ਅਗਰ ਭਾਗ ਰਾਖੇ। ਤਾਹੇ ਗੁਰ ਸਰਬ ਨਿਧਾਨ ਅਨ ਦੇਤ ਹੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ। ਚਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ। ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ। ਸ਼ਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ। ਨਮੋ 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 ਨੇਤ 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 ਹੈ, ਨਮੋ 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 ਨੇਤ 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 ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ। ਚਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ। ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ। ਸ਼ਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ। ਚਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ। ਚਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ। ਏਕ ਪੈਂਡਾ ਜਾਈ ਚੱਲ। ਚਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ। ਇੱਕ ਕਦਮ ਵੀ ਗੁਰੂ ਦਰ ਵੱਲ ਨੂੰ ਚੱਲ ਕੇ ਜਾਈਏ ਨਾ, ਸਤਿਗੁਰ ਕਰੋੜਾਂ ਕਦਮ ਅਗਲਵਾਂਢੀ ਲੈਣ ਵਾਸਤੇ ਆਉਂਦੇ ਹਨ। ਇਤਿਹਾਸ ਗਵਾਹ ਹੈ
ਲਹਿਣਾ ਜੀ ਚੱਲੇ ਕਰਤਾਰਪੁਰ ਵੱਲ ਨੂੰ। ਆਪਣੇ ਸਾਥੀਆਂ ਨੂੰ ਕਹਿੰਦੇ ਤੁਸੀਂ ਚਲੋ, ਮੈਂ ਤੁਹਾਡੇ ਨਾਲ ਮਿਲ ਜਾਵਾਂਗਾ। ਮੈਂ ਸੁਣਿਆ ਇੱਥੇ ਇੱਕ ਨਾਨਕ ਤਪਾ ਰਹਿੰਦਾ, ਮੈਂ ਦਰਸ਼ਨ ਕਰਕੇ ਆਵਾਂ। ਪਹਿਲਾ ਮਿਲਾਪ ਗੁਰੂ ਨਾਨਕ ਸਾਹਿਬ ਨਾਲ। ਜਦੋਂ ਕਰਤਾਰਪੁਰ ਨੂੰ ਚੱਲੇ, ਇੱਧਰ ਗੁਰੂ ਨਾਨਕ ਸਾਹਿਬ ਕਰਤਾਰਪੁਰ ਤੋਂ ਚੱਲ ਪਏ। ਉਸ ਰਸਤੇ ਨੂੰ ਖੁਰਪੀ ਦੇ ਨਾਲ ਸਾਫ਼ ਕਰ ਰਹੇ ਹਨ, ਜਿਸ ਰਸਤੇ ਇੱਕ ਸਿੱਖ ਨੇ ਗੁਰੂ ਨਾਨਕ ਦੇ ਦਰਸ਼ਨ ਕਰਨ ਆਉਣਾ। ਖੁਰਪੀ ਨਾਲ ਘਾਹ ਖੋਦ ਕੇ ਝਾੜੂ ਮਾਰ ਕੇ ਉਹ ਰਸਤਾ ਸਾਫ਼ ਕਰੀ ਜਾ ਰਹੇ ਕਿ ਅੱਜ ਇੱਕ ਸਿੱਖ ਸ਼ਰਧਾ ਦੇ ਨਾਲ ਦਰਸ਼ਨ ਕਰਨ ਆ ਰਿਹਾ। ਗੁਰੂ ਨਾਨਕ ਕਿੱਡੇ ਦਿਆਲੂ ਹਨ। ਜਦੋਂ ਲਹਿਣਾ ਜੀ ਆਏ ਨਾ, ਜਿੱਥੇ ਉਹਨੇ ਹੋਰਨਾਂ ਤੋਂ ਪੁੱਛਿਆ, ਉੱਥੇ ਬਾਬੇ ਨਾਨਕ ਨੂੰ ਪੁੱਛਦੇ ਹਨ, ਬਜ਼ੁਰਗੋ ਇੱਥੇ ਕੋਈ ਨਾਨਕ ਨਾਮ ਦਾ ਤਪਾ ਸਾਧੂ ਰਹਿੰਦਾ? ਗੁਰੂ ਨਾਨਕ ਸਾਹਿਬ ਕਹਿੰਦੇ ਹਾਂ ਰਹਿੰਦਾ ਹੈ। ਤੁਸੀਂ ਉਹਨੂੰ ਜਾਣਦੇ ਹੋ? ਤੇ ਗੁਰੂ ਨਾਨਕ ਸਾਹਿਬ ਦਾ ਜਵਾਬ ਸੀ, ਜਿੰਨੀ ਚੰਗੀ ਤਰ੍ਹਾਂ ਮੈਂ ਨਾਨਕ ਨੂੰ ਜਾਣਦਾ ਨਾ, ਸ਼ਾਇਦ ਹੋਰ ਕੋਈ ਦੂਸਰਾ ਨਾ ਜਾਣਦਾ ਹੋਵੇ। ਇਹ ਮੈਸੇਜ ਹੈ ਸਾਡੇ ਵਾਸਤੇ। ਸਾਡੀ ਅੱਜ ਇੱਕ ਤਰਾਸਦੀ ਹੈ, ਅਸੀਂ ਆਪਣੇ ਆਪ ਨੂੰ ਨਹੀਂ ਜਾਣਦੇ ਅਸੀਂ ਕੀ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣਨਾ ਕਰ ਆਪ ਨੂੰ, ਆਪਣੇ ਆਪ ਨੂੰ। ਤੂੰ ਤਾਂ ਇੱਕ ਸ਼ਰਾਬੀ ਬਣ ਕੇ ਰਹਿ ਗਿਆ, ਤੂੰ ਤਾਂ ਇੱਕ ਨਸ਼ੇੜੀ ਬਣ ਕੇ ਰਹਿ ਗਿਆ। ਜੇ ਤੁਹਾਡੇ ਘਰ ਦੇ ਵਿੱਚ ਕਿਸੇ ਗੈਸਟ ਨੇ ਆਉਣਾ ਹੋਵੇ ਤੇ ਚੰਗੀ ਚਾਦਰ ਵਿਛਾਈ ਜਾਂਦੀ ਹੈ, ਚੰਗਾ ਗੱਦਾ ਵਿਛਾਇਆ ਜਾਂਦਾ ਹੈ, ਚੰਗੀ ਸੇਜਾ ਤਿਆਰ ਕੀਤੀ ਜਾਂਦੀ ਹੈ। ਪਰ ਜੇ ਗੈਸਟ ਨੇ ਆਉਣਾ ਹੋਵੇ ਤੇ ਗੈਸਟ ਹੋਵੇ ਬੜਾ ਅਮੀਰ, ਬੜਾ ਵੱਡਾ, ਪ੍ਰਧਾਨ ਮੰਤਰੀ ਤੁਹਾਡੇ ਘਰ ਆਉਣਾ ਹੋਵੇ ਤੇ ਘਰ ਦੇ ਆਸ-ਪਾਸ ਸਾਰੀ ਗੰਦਗੀ ਫੈਲੀ ਹੋਵੇ ਤੇ ਜਿਹੜੇ ਉਹਦੇ ਮੰਤਰੀ ਹੋਣਗੇ ਨਾ, ਉਹ ਹੀ ਨਹੀਂ ਆਉਣ ਦੇਣਗੇ। ਕਹਿਣਗੇ ਨਹੀਂ ਇਹਨਾਂ ਦੇ ਘਰ ਨਾ ਜਾਇਓ, ਇੱਥੇ ਦੇ ਪ੍ਰਧਾਨ ਮੰਤਰੀ ਦੀ ਬੇਇੱਜ਼ਤੀ ਹੋ ਜਾਏਗੀ ਆ ਕੇ। ਪਰ ਯਾਦ ਰੱਖਿਓ ਗੁਰਮੁਖੋ, ਇੱਥੇ ਅੰਦਰ ਹਿਰਦੇ 'ਚ ਸੇਜਾ ਤੇ ਉਹ ਪਰਮਾਤਮਾ ਨੇ ਆਪ ਬੈਠਣਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇੱਥੇ ਉਹਦਾ ਸਥਾਨ ਹੈ ਪਰਮਾਤਮਾ ਦਾ, ਇੱਥੇ ਉਹਦੀ ਸੇਜਾ ਹੈ। ਜਿੱਥੇ ਤੂੰ ਲਗਾਤਾਰ ਕਦੇ ਸ਼ਰਾਬ ਦੇ ਗਲਾਸ ਭਰ ਕੇ ਸੁੱਟੀ ਜਾਣਾ, ਕਦੇ ਹੋਰ ਕਈ ਕਿਸਮ ਦੇ ਨਸ਼ੇ। ਮੈਂ ਇੱਕ ਤੁਹਾਡੇ ਨਾਲ ਛੋਟੀ ਜਿਹੀ ਇੱਕ ਉਦਾਹਰਨ ਸਾਂਝੀ ਕਰਨੀ, ਇੱਥੇ ਨਸ਼ੇ ਦਾ ਜ਼ਿਕਰ ਆ ਗਿਆ। ਗੁਰੂ ਨਾਨਕ ਸਾਹਿਬ ਆਖਦੇ, ਕਰਤੂਤ ਪਸ਼ੂ ਕੀ ਮਾਨਸ। ਦੇਖਣ ਨੂੰ ਮਨੁੱਖੀ ਲੱਗਦੇ ਸਾਰੇ ਆਪਾਂ, ਕਹਿੰਦੇ ਕਰਤੂਤ ਪਸ਼ੂਆਂ ਵਾਲੀ ਆ। ਲੋਕ ਪ੍ਰਚਾਰਾ ਕਰੇ ਦਿਨ ਰਾਤ। ਗੁਰਮੁਖ ਪਿਆਰਿਓ, ਅੱਜ ਤੁਸੀਂ ਸਾਰੇ ਮੈਨੂੰ ਜਾਣਦੇ ਹੋ ਕਿ ਆਪਣੀ ਪਲਟਨ ਦੇ ਬਾਬਾ ਜੀ ਆ। ਅਗਰ ਮੈਂ ਇੱਥੇ ਇੱਕ ਬੋਤਲ ਦੇ ਵਿੱਚ ਜਲ ਪਾ ਕੇ ਰੱਖਾਂ, ਸਵਸਥ ਜਲ, ਔਰ ਮੈਂ ਕਹਾਂ ਆਓ ਜਿਹਨੂੰ ਇਹ ਚਾਹੀਦਾ, ਇਹ ਫ੍ਰੀ ਸੇਵਾ ਹੈ, ਪਰ ਇਹ ਪੀਣ ਤੋਂ ਬਾਅਦ ਕੋਈ ਘਾਤਕ ਬਿਮਾਰੀ ਜਿਹੜੀ ਮੈਂ ਉਹਦਾ ਨਾਂ ਅਨਾਉਂਸ ਕਰਾਂ ਕਿ ਇਹ ਪੀਓਗੇ 1 ਮਹੀਨਾ ਲਗਾਤਾਰ ਤੇ ਆਹ ਬਿਮਾਰੀ ਹੋ ਜਾਏਗੀ। ਐਗਜ਼ਾਮਪਲ ਤੌਰ 'ਤੇ ਮੈਂ ਕਹਾਂ ਕਿ ਆਹ ਜਿਹੜਾ ਜਲ, ਆਹ ਪਾਣੀ ਪੀਵੇਗਾ ਜਾਂ ਆਹ ਪੁੜੀ ਇੱਕ ਮੈਂ ਦਿੰਨਾ, ਜੋ ਖਾਏਗਾ ਉਹਨੂੰ ਕੈਂਸਰ ਹੋ ਜਾਏਗਾ। ਤੁਸੀਂ ਮੈਨੂੰ ਇਹ ਦੱਸੋ, ਕੋਈ ਇਨਸਾਨ ਉਹਨੂੰ ਗ੍ਰਹਿਣ ਕਰੇਗਾ? ਭਾਵੇਂ ਬਿਲਕੁਲ ਫ੍ਰੀ ਹੋਵੇ, ਭਾਵੇਂ ਨਾਲ ਮੈਂ 500 ਰੁਪਈਆ ਵੀ ਰੱਖ ਦੇਵਾਂ ਕਿ ਰੁਪਈਆ 500 ਜੇ ਮੇਰੇ ਕੋਲ ਬਹਿ ਕੇ ਖਾਣੀ ਪਊਗੀ, ਇਹਦੇ ਨਾਲ ਕੈਂਸਰ ਜ਼ਰੂਰ ਹੋ ਜਾਏਗਾ। ਕੋਈ ਇਨਸਾਨ ਲਏਗਾ ਉਹਨੂੰ? ਜਵਾਬ ਤਾਂ ਸਾਡਾ ਨਾਂ ਵਿੱਚ ਹੋਏਗਾ। ਪਰ ਜਿਹੜੇ ਲੈਣ ਵਾਲੇ, ਜਰਾ ਆਪਣੇ ਹਿਰਦਿਆਂ 'ਚ ਝਾਤ ਮਾਰਿਓ, ਇੱਕ ਤੰਬਾਕੂ ਦੀ ਪੁੜੀ ਦੇ ਉੱਤੇ ਕੀ ਲਿਖਿਆ ਹੁੰਦਾ? ਤੰਬਾਕੂ ਸੇ ਕੈਂਸਰ। ਦੇਖੋ, ਬੋਲੋ ਭਾਈ, ਪੜ੍ਹਿਆ ਕਿਤੇ ਨਾ ਕਿਤੇ ਦੇਖੀ ਹੋਏਗੀ ਪਈ, ਮੈਂ ਤਾਂ ਦੇਖੀ ਬਹੁਤ ਵਾਰ ਪਈ। ਤੰਬਾਕੂ ਸੇ ਕੈਂਸਰ ਹੋਤਾ ਹੈ। ਤੇ ਜੇ ਕਿਤੇ ਲਿਖਿਆ ਹੁੰਦਾ ਨਾ ਮੇਕਰ ਨੇ ਕਿ ਤੰਬਾਕੂ ਸੇ ਕੈਂਸਰ ਹੋ ਸਕਤਾ ਹੈ, ਤੇ ਮੰਨ ਸਕਦੇ ਹਾਂ ਠੀਕ ਹੈ, 2-4% ਕਿਸੇ ਨੂੰ ਹੋ ਜਾਏਗਾ, ਕੋਈ ਬਚ ਜਾਏਗਾ। ਪਰ ਉਹ ਕੰਪਨੀ ਵਾਲਾ ਉਹਦੇ ਉੱਤੇ ਇੱਕ ਬਿੱਛੂ ਦੀ ਫੋਟੋ ਵੀ ਦਿੰਦਾ ਕਿ ਸਭ ਤੋਂ ਖਤਰਨਾਕ ਡੰਗ ਬਿੱਛੂ ਦਾ ਮੰਨਿਆ ਜਾਂਦਾ, ਤੇ ਉਹ ਆਖਦਾ ਕਿ ਤੰਬਾਕੂ ਸੇ ਕੈਂਸਰ ਹੋਤਾ ਹੈ। ਗਰੰਟੀ ਦੇ ਰਿਹਾ ਮੋਹਰ ਲਾ ਕੇ, ਖਾਣੀ ਨਹੀਂ ਖਾਣੀ ਤੇਰੀ ਮਰਜ਼ੀ, ਪਰ ਕੈਂਸਰ ਹੋਏਗਾ ਤੈਨੂੰ। ਕੀ ਆਪਾਂ ਚਾਹੁੰਦੇ ਸਾਨੂੰ ਇਹੋ ਜਿਹੀ ਘਾਤਕ ਬਿਮਾਰੀ ਹੋ ਜਾਵੇ? ਜਾਂ ਸਾਡੇ ਬਾਲ ਬੱਚੇ, ਪਰਿਵਾਰ ਚਾਹੁੰਦਾ ਕੋਈ ਕਿ ਮੇਰੇ ਪਿਤਾ ਨੂੰ ਕੈਂਸਰ ਹੋ ਜਾਵੇ? ਲੋਕ ਤਾਂ ਇਸ ਬਿਮਾਰੀ ਦਾ ਨਾਮ ਲੈਣ ਤੋਂ ਡਰਦੇ, ਕੋਈ ਨਾਮ ਨਹੀਂ ਲੈਂਦਾ ਇਸ ਬਿਮਾਰੀ ਦਾ।
पर फिर भी जदों बंदा पैसे दे के उन्होंने दुकान तो खरीद के लैके आउंदा तो फिर उन्होंने खांदा तो अपने आप को इंसान कहता। वो इंसान किवें हो सकता है? वो की हो सकता? करतूत पशु की मानस जात। वो वेखण नूं मनुख लगता है पर करतूत पशुआं वाली है। लोक प्रचारा करे दिन रात। अपने बच्चे नूं कहेगा बेटा तंबाकू नहीं खाना, पुत शराब नहीं पीनी, ये बड़ी खतरनाक चीज़ है। तो पुछदा बापू तू सारी उम्र क्यों पींदा रहा? जे इन्नी माड़ी सी बच्चे सानू सवाल करते बड़ा औखा हो जाता। वो कहते जिहड़ी उम्र च तू छड्डी सी मैं भी छड्ड दिआंगा जदों तेरी उम्र दा होवांगा। की जवाब दोगे अपने बच्चों नूं? सो गुरमुख प्यारिओ इत्थे सानू ये समझण दी लोड़ है कि वो मेकर कहंदा तंबाकू से कैंसर होता है, असी फिर भी खाई जा रहे हैं। और अज एक गऊ नूं गऊ माता कह के सत्कारिया जांदा, तुसीं यही तंबाकू की पुड़ी उस गऊ के अगे सुट दिओ, वो मूँह दे विच लएगी जरूर क्योंकि पशु जूनी इन्नी समझ नहीं है। तो जदों वो चबाएगी उगल के ना तो बाहर सुट देगी, कढ़ देवेगी, वो अंदर कदे नहीं नगावेगी। इसे करके गुरु नानक साहब ने कहा करतूत पशु की मानस जात। साड़ी करतूत पशुआं वाली है। वेखण नूं भावें असीं मनुख लगदे हाँ। गुरु गोबिंद सिंह साहब महाराज जदों सरसा नूं पार कीता ते घोड़े ने गां कदम ही नहीं रखिया। सतगुर ने कदे अपने घोड़े नूं छांटा नहीं सी मारिया, पर उस दिन सतगुरु कलगीधर पिता ने अड्डी मलाई उन्होंने पिछों अड्डी नाल थोड़ा जिहा ठोकर मारी कि गां तुर, ते उन्हें अगले पौड़ दोवें इस तरह चुक दिते। सतगुरां ने कहा दया सिंघा वेख अगे की आ, ये नीला अड़ी क्यों कर गया? तो भाई दया सिंह ने कहा महाराज खाली जमीन कुछ नहीं है, खेती है। कहते काहदी खेती है? कहते तंबाकू की खेती है। तो गुरु गोबिंद सिंह महाराज कहते ये नीले नूं भी साड़ी संगत करके सोझी पै गई कि इहो जे जगत झूठ का नाम दिता गुरु गोबिंद सिंह ने तंबाकू नूं, जगत झूठ। कहते ये नीले नूं सोझी पै गई जानवर हो के भी कि जगत झूठ दे कोलों दी भी नहीं लंघना है। तो अज इंसान हो के इसे दा सेवन करी जाते आ। मैं किसी दिन नशे ते अलग तुहाडे नाल विचार करांगा। आर्मी च 3-3 दिन शराब क्यों इशू हुंदी है? इहदा भी एक कारण है। कोई कहंदा जंग लड़न वास्ते, कोई कहंदा वीर रस भरन वास्ते। वो वीर रस कलगीधर वर्गा भर सकोगे शराबां पी के? बाबा बंदा सिंह बहादुर, बाबा दीप सिंह कटे हुए सीस नूं तली ते टका के 3 को खंडा वाया। मैं तुहानूं 10 केस लिया देना, अपनी गर्दन कट के तली ते टका के मैनूं एक परिक्रमा करके दिखा दो। असल दे विच प्यारिओ वो खुराक खानी सी जिहड़ी सानूं गुरु ने दसी सी। ये अंग्रेज चले गए इत्थों, पर उन्होंने सानूं सदा लई गुलाम बना के रख दिता। 2 वड्डे पद्धर ते जहर दे के गए अंग्रेज सानूं, एक चाह दा जहर ते एक शराब दा जहर। चाह नहीं सी हुंदी हिंदुस्तान च, दुध हुंदा सी, दही हुंदा सी, मक्खण हुंदा सी। पर उन्होंने साड़ी मानसिकता नूं कमज़ोर करने वास्ते उन्होंने कहा बड़े वड्डे जरनैल उच्च कोटि दे। फिर उन्होंने कहा जे ये अपने देश चों कढ़ रहे आ, कल ये आज़ाद हो गए, इन्हां दी सेना बन गई, ये साडे देशां ते भी हमला करनगे। तो इन्हां दी मानसिकता नूं कमज़ोर किवें कीता जावे, जिहदी अगवाही गुरु नानक पातशाह भरदे आ। चित पीते मत दूर होए, बरल पए विच आए, अपना पराया ना पछाणी, खसमों धक्के खाए। जिन्हों पी के आदमी दी मत दूर हो जाती है। बंदा कहंदा ना साहब जी रात खाधी पीती च वाधा घाटा हो गया। खाधी पैसा खाइए क्यों जिहदे नाल वाधा घाटा होवे। बाबा होर खाना खुशी खवार, गुरु नानक बाबे दी बाणी आ। बाबा होर खाना खुशी खवार, जित खाधे तन पीड़ी है, मन में चले वकार। बंदा कहंदा ना सवेरे रात नूं शराब पीती सी, सवेरे टोट लगी, शरीर च दर्दां हुंदियां, उठदा नहीं। असीं कहने ना तो ये गल बाबे नानक दी बाणी ने कही है।
बाबा होर खाना खुशी खवार, जित खादे तन पीड़िए मन में चले विकार, जिहदे नाल मन दे अंदर विकार पैदा होण, ऐसी चीज़ खाइए क्यों। बड़ा कुछ दसिया बाबा, होर पहनन खुशी खवार, जित पैदे तन पीड़िए मन में चले विकार। आख्या जाता ना गुरुद्वारा साहब आउणा, मंदिर आउणा ते ओहो जी पोशाक पा के आउणा जिहो जी गुरु ने आखी है। भाव कि जिहदे नाल साडे वल देख के किसी दे मन दे विच वकार पैदा ना होण, इहो जी पोशाक पा के गुरुद्वारा साहब आउणा। तां आख्या जांदा कि बाबे नानक ने गुरु ग्रंथ साहिब विच लिख दिता, बाबा होर पहनन खुशी खवार, जित पैदे तन पीड़िए मन में चले विकार। तुहाडे जां दूसरिਆਂ दे मन च वकार ना पैदा होण, इस तरह सादगी दे नाल गुरु घर आउणा, ये बाबे नानक दा हुक्म है। सो मैं अपने विषय वाल वापस परता, समा समाप्ति वाल आ रहा। चरण शरण गुर एक पैंडा जाए चल। जदों गुरु नानक दे दर्शन करन लैणा जी आए, गुरु नानक उस रस्ते नूं आप साफ कर रहे कि एक सिख इत्थे दर्शन करन वास्ते आ रहा। सतगुर कोट पैंडा आगे होई लेत है। मैं एक तुहाडे नाल छोटी जी वार्ता सांझी करके समाप्ति वाल आवां। गुरु गोबिंद सिंह दे दरबार ना एक कटोच दा रहण वाला हंस राम कवि आया। उन्हें आके जदों तुहाडे मेरे वर्गे पहरेदार नूं कहा कि गुरु गोबिंद सिंह कवि दरबार कदों लाउंदे आ, कहंदे तूं की कहना। कहंदा मैं कवि हाँ, कविता सुनाउणी। मैले कपड़े, फटे पुराने कपड़े, गरीबी बड़ी सी। वो कहंदा जा तुरिया जा, कपड़े वेखे अपने। कहंदा दूसरा कहंदा कोई गल नहीं यार, आया तो आ लैंदे। कहंदे 4 बजे कवि दरबार लगेगा, आ जाना। 4 बजे आ गया। जदों आके बह गया ना कवि दरबार दे विच, ते आके मत्था टेकिया तो गुरु गोबिंद सिंह महाराज अंतरजामी पुरख बदाते शरदा मन की पूरे। सब तो पहला कहंदे कवि जी तुसीं खड़े हो जाओ। जदों कवि जी आख्या ना तो पुछया की ना तेरा। कहंदा महाराज गरीबां दा काहदा नाम हुंदा। तो गुरु गोबिंद सिंह महाराज कहंदे कोई तो नाम रखा होगा तेरे माता पिता ने। कहंदे महाराज पिता जी ने नाम रखा सी हंस राम, पर अज तक मैं अपने कन्ना ना हंस राम नहीं सुनिया, हंसू ही सारे आखदे मैनूं। हंस राम कदे किसी ने आख्या नहीं। गरीबी बड़ी सी घर दे विच, ते कहण लगे कित्थों आया। कहंदे कटोच दा रहण वाला। सतगुरु जी महाराज आखदे भाई कुछ सुना फिर। ते जदों सतगुर ने कहा ना कवि हंस राज जी कुछ सुनाओ, तो एकदम नेत्रां तो जल वह तुरिया। महाराज मैनू तो हंसू तो इलावा कोई कहता नहीं, तुसी ते दीन दुनी दे मालिक, तुसी कवि हंस राम जी आख्या मैनू। तो जदों एक कविता सुनाई कहते होर सुनाओ, होर सुना दी। एक सुनाई कहते होर। जदों काफ़ी कविता सुनिया ना, तो सतगुर ने खजानची नूं बुलाया। कहते खजानची जी अपने खजाने च किन्ना क धन पिया। कहते 18,000 रजत पे आ, भाव के 18,000 मोहरां पईयां। कहते सारियां लियाओ, थैलियां च भर के लियाओ। कहते हंस राज जी नूं दे दिओ। कहता महाराज मखौल कर रहे मेरे नाल, मैनू तो 2-4 मोहरां दे दो, मेरा गुजारा चल जाएगा, मेरे घर ते गरीबी बड़ी आ। मैनू तो जेड़ा कहता हंसू एक कविता सुना दे। हंस राम जी तो कोई नहीं कहता, तुसी हंस राम आख्या। सतगुर कहते एक हाथी जेड़ा वो भी इनू दे दिओ। 11 सिपाही नाल दिते। वो सारियां मोहरां दे के उहदे घर जदों छड्डण जा रहे सी, ते कृपाल चंद कटोचीआ राजा शिकार खेल रहा सी। सुंदर पोशाक पाई हाथी ते बैठे, नाल 11 सिपाही। उन्हें आके हथ जोड़ के आख्या किस इलाके दे राजे हो। ते हंस राम जी ने उत्थे रो के आख्या मैं राजा नहीं सी, पर राजियां दे राजे गुरु गोबिंद सिंह ने अज मैनू राजा बना दिता। चरण शरण गुर एक पैंडा जाए चल। सतगुर कोट पैंडा आगे हुए लेत है। एक कदम शरदा ना चल के जाओ, गुरु करोड़ां कदम अगलवांडी हो के लैण वास्ते आ जांदा। सो समा समाप्त है। निक बचन करते हुए समाप्ति। अज दा दिहाड़ा जिहड़ा है शहीद उधम सिंह की शहीदी नूं समर्पित है। अज दे दिन उस इस धरती माता दे सबूत ने इत्थे दी मिट्टी दी जिहड़ी कसम खाधी सी उहनूं पुगा के अज दे दिन उन्हें शहादत पाई सी। शहीद उधम सिंह दा शहीदी दिहाड़ा है, जिन्हें जलियांवाले बाग दे शहीदां दा बदला लिया सी। सो सतगुरु कृपा करन
आओ आनंद साहब का जाप करके गुरु चरणों के विच चढ़ती कला की अरदास करिए जी। रामकली महला तीजा। आनंद एक ओंकार सतगुर प्रसाद। आनंद पया मेरी माई सतगुरु मैं पाया। सतगुर तां पाया सहज से मन वजियां वदाइयां। राग रतन परवार पर शब्द गावण आया। शब्दो तगावो हरि के मन जिनी वसाया। है नानक नंद होआ सतगुरु मैं पाया। ए मन मेरिया तू सदा रहो हर नाल। हर नाल रहो तू मन मेरे दुख सब विसारना। अंगीकारो करे तेरा कारज सब सवार। सबना गला समराथ स्वामी सो क्यों मनो विसारी। कहे नानक मन मेरे सदा रहो हर नाले। साचे साहिबा क्या नहीं कर तेरे। करता तेरे सब किश है जिस देह सो पावे। सदा सिबत सलाह तेरी नाम मन वसावे। नाम जन के मन वसया वाजे शब्द कनेरे। कहे नानक सच्चे साहिब क्या नहीं कर तेरे। साचा नाम मेरा आधारो। साच नाम आधार मेरा जिन भुखा सब गवाई। कर शांत सुख मन आए वसया जिन इच्छा सब पुजान। सदा कुर्बान किता गुर बैठो जिस दियां ए वड्याइयां। कहे नानक सुनो संतो शब्द करो प्यार। साचा नाम मेरा आधार वाजे पंच शब्द तितकार सभा के शब्द वाज। कालाजित कर तारिया पंच दूत दवस कीते। काल कंठ को मार तुर कर्म पाया तो जिनको से नाम हर कै लागे। कहे नानक तै सुख हो हित कर अनहद वाज। आनंद सुनो वड भागियो सगल मनोरथ बोरे। पार ब्रह्म प्रभ पाया उतरे सगल वसूरे। दुख रोग संताप उतरे सुनी सच्ची वाणी। संत साजन पे सरसे पूरे गुर ते जान। सुनते पनित कहते पवित्र सतगुर पर बोल। जनवंत नानक गुर चरण लाग वाजे अनहद तोरे सलो। पवन गुरु पाणी पिता माता तरत महात। दिवस रात दोई दाई दाया खेलै सगल जगत। चंगियाइयां बुरियाइयां वाचै धर्म हदूर। करमी आपो अपनी के नेड़े कै दूर। जिन्नी नाम ते आया गए मसक्कत काल। नानक पे मुख उजले खेती छुट्टी नाल। वाहिगुरु जी का खालसा वाहिगुरु जी की फतेह फतेह। वाहिगुरु जी का खालसा वाहिगुरु जी की फतेह फतेह। वाहिगुरु जी का खालसा वाहिगुरु जी की फतेह फतेह। जिन्नी नाम ते आया गए मसक्कत काल। नानक ते मुख उजले खेती छुटी नाल। वाहिगुरु जी का खालसा गुरु जी की फतेह। तो ठाकुर तुम पैरदा